328 ਸਰੂਪ ਦਾ ਮਸਲਾ ਹੈ, ਕਾफ़ी ਲੰਬੇ ਸਮੇਂ ਤੋਂ ਚੱਲ ਰਿਹਾ ਹੈਗਾ। ਸਿੱਖ ਸੰਗਤਾਂ ਇਹਦੀ ਮੰਗ ਕਰ ਰਹੀਆਂ ਸੀਗੀਆਂ ਔਰ ਬੀਤੀ ਸ਼ਾਮ ਬੇਅਦਬੀ ਹੋਈ ਤਾਂ ਅੱਜ ਇੱਕਦਮ ਇਹ ਮਸਲੇ ਨੂੰ ਫਿਰ ਜਿਹੜਾ ਆ ਸਿੱਖ ਸੰਗਤਾਂ ਇਹਦੇ ਲਈ ਅੱਜ ਇੱਕ ਮਾਰਚ ਕੱਢਿਆ ਗਿਆ। ਕੀ ਕਹਿਣਾ ਕੀ ਹੈ ਤੁਹਾਡਾ SGPC ਨੂੰ? ਹਾਲਾਂਕਿ ਬੀਤੀ ਰਾਤ ਇਹ ਵੀ ਕਿਹਾ ਗਿਆ ਕਿ SGPC ਨੇ ਸ਼ਲਾਘਾਯੋਗ ਕੰਮ ਕੀਤਾ। ਦੇਖੋ ਜੀ, ਉਹਦਾ ਗੁਰੂ ਸਾਹਿਬ ਨੇ ਜਿਨ੍ਹਾਂ ਤੋਂ ਸੇਵਾ ਲਈ ਆ, ਅਸੀਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ। ਬਾਕੀ SCPG ਦੇ ਬੰਦਿਆਂ ਨੇ ਉਹਨੂੰ ਵੀ ਨਾਲ ਫੜਿਆ। ਬਾਕੀ ਜਿਹੜੀ ਸੰਗਤ ਸੀ ਉਹਨੂੰ ਇਹ ਮੌਕੇ 'ਤੇ ਝਟਕਾ ਦਿੱਤਾ ਗਿਆ ਹੈ। ਇਹ ਬਹੁਤ ਵਧੀਆ ਕੰਮ ਹੈ। ਬਾਕੀ ਉਹਨੂੰ ਸ਼ਰੇਆਮ ਉੱਥੇ ਚੌਂਕ ਦੇ ਵਿੱਚ ਚਾਹੇ ਕਿਤੇ ਟੰਗਣਾ ਚਾਹੀਦਾ ਹੈ ਕਿ ਮੰਨ ਲਓ ਸਿੰਘ ਜਿਹੜੇ ਦੁਸ਼ਟ ਆ ਉਹਨਾਂ ਨੂੰ ਵੀ ਹੋਰ ਚੇਤਾਵਨੀ ਮਿਲ ਜਾਵੇ ਕਿ ਮੰਨ ਲਓ ਜਿਹੜੇ ਅਸੀਂ ਗੁਰੂ ਘਰ ਦੇ ਅੱਗੇ ਬੇਅਦਬੀ ਕਰਨ ਜਾਵਾਂਗੇ ਤੇ ਸਾਡੇ ਨਾਲ ਵੀ ਇਹੀ ਕੁਝ ਹੋਵੇਗਾ। 328 ਸਰੂਪਾਂ ਨੂੰ ਅੱਜ ਤੁਸੀਂ ਫਿਰ ਤੋਂ ਮਾਰਚ ਕੱਢਿਆ ਗਿਆ ਹੈ ਤਾਂ SGPC ਨੇ ਇਹਦੇ ਤੇ ਕੋਈ ਬਿਆਨ ਦਿੱਤਾ ਹੈਗਾ ਹੈ ਕਿ ਕਦੋਂ ਤੱਕ ਹਿਸਾਬ ਮਿਲ ਜਾਏਗਾ? ਕਿਉਂਕਿ ਬਹੁਤ ਲੰਬੇ ਸਮੇਂ ਤੋਂ ਕੁੱਟਿਆ ਵੀ ਗਿਆ। ਜਿਵੇਂ ਪਿੱਛੇ ਜਿਹੜਾ ਸੀਗਾ 14 ਸਤੰਬਰ 2020 ਤੋਂ 24 ਅਕਤੂਬਰ 2020 ਤੱਕ ਇਹ ਮਾਰਚ ਚੱਲਿਆ। ਉੱਥੇ ਬੈਠੇ ਹੋਏ ਸੀਗੇ, ਉਦੋਂ ਕੁੱਟਮਾਰ ਹੋਈ ਹੈ, ਜਿਹੜੇ ਸਿੰਘ ਬੈਠੇ ਹੋਏ ਸੀਗੇ ਵਿੱਚ ਬੱਚੇ ਵੀ ਮੌਜੂਦ ਸੀਗੇ ਔਰ ਅੱਜ ਫਿਰ ਇਹ ਧਰਨਾ ਲਾਇਆ ਜਾ ਰਿਹਾ ਹੈ ਜਾਂ ਫਿਰ ਇਹ ਪੱਕਾ ਮੋਰਚਾ ਲਾਉਣਾ? ਤੇ ਅਸੀਂ SCPC ਨੂੰ ਇਹੀ ਮੰਨ ਲਓ ਸ਼ੁਰੂ ਤੋਂ ਕਿੰਨੇ ਸਾਲਾਂ ਤੋਂ 5-6 ਸਾਲਾਂ ਤੋਂ ਇਹੀ ਮੰਗੇ ਕਿ ਜਿਹੜੇ 328 ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ, ਉਹ ਤੁਸੀਂ ਸੰਗਤ ਨੂੰ ਪੁੱਛ ਕੇ ਦਿੱਤੇ। ਸੰਗਤ ਨੂੰ ਪੁੱਛ ਕੇ ਦਿੱਤੇ, ਕਿੱਥੇ ਦਿੱਤੇ ਆ, ਕਿਉਂ ਦਿੱਤੇ ਆ, ਕਿਹੜੀ ਸੰਸਥਾ ਨੂੰ ਦਿੱਤੇ ਆ, ਕਾਹਦੇ ਵਾਸਤੇ ਦਿੱਤੇ ਗਏ ਨੇ। ਮੰਨ ਲਓ ਇਹ ਜਿਹੜੇ ਪਾਵਨ ਸਰੂਪ ਹੈ ਇਹ ਜੇ ਸੰਗਤ ਨੂੰ ਪੁੱਛ ਕੇ ਦੇਣ, ਚਾਹੇ ਕਿਸੇ ਗੁਰਦੁਆਰੇ ਦੇ ਅੰਡਰ ਦਿੱਤੇ ਨੇ, ਚਾਹੇ ਕਿਸੇ ਸੰਸਥਾ ਦੇ ਡੇਰਾ ਪ੍ਰੇਮੀ ਨੂੰ ਦਿੱਤੇ ਨੇ, ਕਿਸੇ ਨੂੰ ਦਿੱਤੇ, ਪਰ ਇਹ ਸੰਗਤ ਨੂੰ ਪੁੱਛ ਕੇ SCPC ਦਾ ਇਹ ਅਧਿਕਾਰ ਹੈ ਕਿ ਮੰਨ ਲਓ ਸੰਗਤ ਨੂੰ ਪੁੱਛ ਕੇ ਦੇਣ ਦਾ ਅਧਿਕਾਰ ਹੈ। ਸੰਗਤਾਂ ਬਾਰ-ਬਾਰ ਇਹ ਮੰਗ ਕਰ ਰਹੀਆਂ ਆ ਕਿ ਉਹ ਪਾਵਨ ਸਰੂਪ ਕਿਹਨੂੰ ਦਿੱਤੇ, ਕਿਹਦੇ ਕਹਿਣ ਦੇ ਉੱਤੇ ਦਿੱਤੇ, ਕਿਉਂ ਦਿੱਤੇ, ਤੇ ਹੁਣ ਉਹ ਪਾਵਨ ਸਰੂਪ ਕਿੱਥੇ ਆ, ਕਿਹੜੇ ਹਾਲਾਤਾਂ ਦੇ ਵਿੱਚ ਆ, ਤੇ ਜਿਹੜੇ 16 ਦੋਸ਼ੀ ਜਿਨ੍ਹਾਂ ਨੇ ਘਪਲਾ ਕੀਤਾ ਆ ਜਾਂ ਸਰੂਪ ਗਾਇਬ ਕੀਤੇ ਆ ਉਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ। ਪਰ ਸਿਆਸਤਦਾਨ ਬਦਲ ਕੇ ਉਹਨਾਂ ਦੋਸ਼ੀਆਂ ਨੂੰ ਬਚਾ ਰਹੇ ਆ ਤੇ ਉਹਨਾਂ ਦੋਸ਼ੀਆਂ ਦੀ ਬਹਾਲੀ ਦੇ ਵਾਸਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਰਸਤੇ ਆ ਉਹ ਵੀ ਕੱਢੇ ਜਾ ਰਹੇ ਆ। ਸੋ ਸ਼੍ਰੋਮਣੀ ਕਮੇਟੀ ਕਹਿ ਰਹੀ ਆ ਕਿ ਸਿਰਫ ਘਪਲਾ ਹੋਇਆ ਆ, ਬੇਅਦਬੀ ਨਹੀਂ ਹੋਈ। ਜੇਕਰ ਸ਼੍ਰੋਮਣੀ ਕਮੇਟੀ ਨੂੰ ਇਹ ਨਹੀਂ ਪਤਾ ਕਿ ਉਹ ਪਾਵਨ ਸਰੂਪ ਕਿੱਥੇ ਆ ਤਾਂ ਫਿਰ ਕਿਵੇਂ ਕਹਿ ਸਕਦੀ ਆ ਕਿ ਬੇਅਦਬੀ ਨਹੀਂ ਹੋਈ? ਇਹ ਬੇਅਦਬੀ ਦਾ ਵੀ ਜਿਹੜਾ ਮਾਮਲਾ ਆ ਉਹ ਹੋ ਸਕਦਾ ਆ, ਕਿਉਂਕਿ ਉੱਥੇ ਗੁਰੂ ਸਾਹਿਬ ਜੀ ਦੇ ਕਾਫੀ ਸਰੂਪ ਅਗਨ ਭੇਟ ਵੀ ਹੋਏ, ਚੋਰੀ ਛੁਪੇ ਇਹਨਾਂ ਨੇ ਬਾਅਦ ਵਿੱਚ ਉਹ ਜਿਹੜੇ ਪਾਵਨ ਸਰੂਪ ਅਗਨ ਭੇਟ ਕਰ ਦਿੱਤੇ, ਪਛਤਾਤਾਪ ਸਮਾਗਮ ਤੱਕ ਵੀ ਨਹੀਂ ਕਰਾਇਆ। ਬੜੀਆਂ ਗੱਲਾਂ ਜਿਹੜੀਆਂ ਖੁੱਲ੍ਹ ਕੇ ਆ ਉਹ ਸਾਹਮਣੇ ਆਈਆਂ। ਹੁਣ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਦਿਨੋਂ ਦਿਨ ਵਾਪਰ ਰਹੀਆਂ ਆ। ਅਖੌਤੀ ਪੰਥਕ ਬਾਦਲ ਸਰਕਾਰ ਉਸ ਵੇਲੇ ਬਿਲਕੁਲ ਵੀ ਗੰਭੀਰ ਨਹੀਂ ਸੀ, ਸ਼੍ਰੋਮਣੀ ਕਮੇਟੀ ਵਾਲੇ ਵੀ ਜਿਹੜੇ ਗੰਭੀਰ ਨਹੀਂ ਆ। ਜੇਕਰ ਕੱਲ ਸਿੱਖ ਨੌਜਵਾਨ ਜਾਂ ਸੰਗਤ ਉੱਥੇ ਨਾ ਪਹੁੰਚਦੀ ਕਿ ਦੋਸ਼ੀ ਨੂੰ ਸਾਡੇ ਹਵਾਲੇ ਕੀਤਾ ਜਾਵੇ, ਇਹੋ ਜਿਹੀ ਮੰਗ ਨਾ ਰੱਖਦੀ ਜ਼ਬਰਦਸਤ, ਤੇ ਸ਼ਾਇਦ ਇਹ ਵੀ ਜਿਹੜਾ ਦੋਸ਼ੀ ਸੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ। ਸ਼੍ਰੀ ਦਰਬਾਰ ਸਾਹਿਬ ਵਿੱਚ ਬੀਤੀ ਸ਼ਾਮ ਬੇਅਦਬੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਿੱਖ ਸੰਗਤਾਂ ਦੇ ਵੱਲੋਂ ਉਸ ਦੋਖੀ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ SGPC ਦੀ ਪ੍ਰਸ਼ੰਸਾ ਵੀ ਕੀਤੀ ਜਾਂਦੀ ਹੈ ਕਿ SGPC ਦੇ ਕੋਲੇ ਪ੍ਰਬੰਧ ਸੀਗਾ ਤਾਂ ਕਿਤੇ ਨਾ ਕਿਤੇ ਜਿਹੜੀ ਬਣਦੀ ਕਾਰਵਾਈ ਸੀ, ਜੋ ਸਜ਼ਾ ਦੇਣੀ ਸੀ ਉਹ ਦਿੱਤੀ ਗਈ ਹੈ। ਉਸ ਤੋਂ ਬਾਅਦ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਥੇ ਕੁਝ ਜਥੇਬੰਦੀਆਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ, ਜਿਸ ਵਿੱਚ ਭਾਈ ਰਣਜੀਤ ਸਿੰਘ ਜੀ, ਭਾਈ ਭੁਪਿੰਦਰ ਸਿੰਘ ਜੀ, 6 ਜੂਨ ਬਲਬੀਰ ਸਿੰਘ ਜੀ, ਜਿਹੜਾ ਜੁਗਰਾਜ ਸਿੰਘ ਉਹ ਨੌਜਵਾਨ ਜਿਹੜਾ ਦਿੱਲੀ ਦੇ ਵਿੱਚ ਨਿਸ਼ਾਨ ਸਾਹਿਬ ਲਹਿਰਾ ਕੇ ਆਇਆ ਸੀ ਲਾਲ ਕਿਲੇ 'ਤੇ ਔਰ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਜਥੇਬੰਦੀਆਂ ਦੇ ਨਾਲ ਜਿਹੜੇ ਇੱਥੇ ਸਿੱਖ ਸੰਗਤਾਂ ਵੀ ਪਹੁੰਚੀਆਂ ਹੋਈਆਂ ਨੇ ਔਰ ਕਾਰਨ ਕੀ ਹੈਗਾ ਇਸ ਜਗ੍ਹਾ ਦੇ ਉੱਪਰ ਪਹੁੰਚਣ ਦਾ ਕਿ 328 ਸਰੂਪਾਂ ਦਾ ਹਿਸਾਬ ਜਿਹੜਾ ਹੈ ਉਹ ਮੰਗਿਆ ਜਾ ਰਿਹਾ ਹੈ। ਪਹਿਲਾਂ ਵੀ ਇਹ ਜਿਹੜੇ ਸਿੱਖ ਸੰਗਤਾਂ ਨੇ ਇਹਨਾਂ ਵੱਲੋਂ SGPC ਦੇ ਦਫ਼ਤਰ ਦੇ ਸਾਹਮਣੇ ਜਿਹੜਾ ਸੀਗਾ ਉਹ ਧਰਨਾ ਲਾਇਆ ਗਿਆ ਸੀਗਾ ਔਰ ਅੱਜ ਵੀ ਫਿਰ ਤੋਂ ਜਦੋਂ ਬੇਅਦਬੀ ਹੋਈ ਤਾਂ ਬੇਅਦਬੀ ਤੋਂ ਬਾਅਦ ਫਿਰ ਅੱਜ ਇਹਨਾਂ ਦੇ ਵੱਲੋਂ ਇੱਕ ਮਾਰਚ ਕੱਢਿਆ ਗਿਆ ਔਰ ਮਾਰਚ ਤੋਂ ਬਾਅਦ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਇਹ ਜਿਹੜੇ ਸਿੱਖ ਸੰਗਤਾਂ ਨੇ, ਜਥੇਬੰਦੀਆਂ ਨੇ, ਇਹ ਆਗੇ ਬੈਠ ਚੁੱਕੀਆਂ ਨੇ ਔਰ ਇਹਨਾਂ ਦੇ ਹੱਥ ਦੇ ਵਿੱਚ ਜਿਹੜੇ ਪੋਸਟਰ ਪਕੜੇ ਹੋਏ ਨੇ ਉਹਨਾਂ 'ਚ ਲਿਖਿਆ ਹੈ ਸ਼੍ਰੋਮਣੀ ਕਮੇਟੀ ਦੇ ਅੱਤ ਦਾ ਅੰਤ ਔਰ 328 ਸਰੂਪਾਂ ਦਾ ਜਿਹੜਾ ਹਿਸਾਬ ਹੈ ਉਹ ਮੰਗਿਆ ਜਾ ਰਿਹਾ SGPC ਵੇਅਰ ਆਰ ਮਿਸਿੰਗ ਸਰੂਪ, ਯਾਨੀ ਕਿ ਜਿਹੜੇ
328 ਸਰੂਪ ਜਿਹੜੇ ਗਾਇਬ ਹੋ ਚੁੱਕੇ ਨੇ ਉਹ ਕਿੱਥੇ ਨੇ। ਲਗਾਤਾਰ ਇਹ ਜਿਹੜਾ ਸੀਗਾ ਇਹਦੀ ਮੰਗ ਕੀਤੀ ਜਾ ਰਹੀ ਸੀ। ਸੋ ਅੱਜ ਵੱਡੀ ਗਿਣਤੀ ਦੇ ਵਿੱਚ ਜੋ ਸਿੱਖ ਸੰਗਤਾਂ ਪਹੁੰਚੀਆਂ ਨੇ, ਸੋ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਭਾਈ ਜੁਗਰਾਜ ਸਿੰਘ ਜੀ ਇੱਥੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਜੁਗਰਾਜ ਸਿੰਘ ਜੀ, ਇਹ ਜਿਹੜਾ 328 ਸਰੂਪ ਦਾ ਮਸਲਾ ਹੈ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈਗਾ, ਸਿੱਖ ਸੰਗਤਾਂ ਇਹਦੀ ਮੰਗ ਕਰ ਰਹੀਆਂ ਸੀਗੀਆਂ ਔਰ ਬੀਤੀ ਸ਼ਾਮ ਬੇਅਦਬੀ ਹੋਈ ਤਾਂ ਅੱਜ ਇੱਕਦਮ ਇਹ ਮਸਲੇ ਨੂੰ ਫਿਰ ਜਿਹੜਾ ਆ ਸਿੱਖ ਸੰਗਤਾਂ ਇਹਦੇ ਲਈ ਅੱਜ ਇੱਕ ਮਾਰਚ ਕੱਢਿਆ ਗਿਆ। ਕੀ ਕਹਿਣਾ ਕੀ ਹੈ ਤੁਹਾਡਾ ਐਸਜੀਪੀਸੀ ਨੂੰ? ਹਾਲਾਂਕਿ ਬੀਤੀ ਰਾਤ ਇਹ ਵੀ ਕਿਹਾ ਗਿਆ ਕਿ ਐਸਜੀਪੀਸੀ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਵੇਖੋ ਜੀ, ਉਹਦਾ ਗੁਰੂ ਸਾਹਿਬ ਨੇ ਜਿਨ੍ਹਾਂ ਤੋਂ ਸੇਵਾ ਲਈ ਆ, ਅਸੀਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੇ। ਬਾਕੀ ਐਸਜੀਪੀਸੀ ਦੇ ਬੰਦਿਆਂ ਨੇ ਉਹਨੂੰ ਵੀ ਨਾਲ ਫੜਿਆ, ਬਾਕੀ ਜਿਹੜੀ ਸੰਗਤ ਸੀ ਉਹਨੂੰ ਇਹ ਮੌਕੇ ਤੇ ਝਟਕਾ ਦਿੱਤਾ ਗਿਆ ਹੈ। ਇਹ ਬਹੁਤ ਵਧੀਆ ਕੰਮ ਹੈ। ਬਾਕੀ ਉਹਨੂੰ ਸ਼ਰੇਆਮ ਉੱਥੇ ਚੌਂਕ ਦੇ ਵਿੱਚ ਚਾਹੇ ਕਿਤੇ ਟੰਗਣਾ ਚਾਹੀਦਾ ਹੈ ਕਿ ਮੰਨ ਲਓ ਸਿੰਘ ਜਿਹੜੇ ਦੁਸ਼ਟ ਆ ਉਹਨਾਂ ਨੂੰ ਵੀ ਹੋਰ ਚੇਤਾਵਨੀ ਮਿਲ ਜਾਵੇ ਕਿ ਮੰਨ ਲਓ ਜਿਹੜੇ ਅਸੀਂ ਗੁਰੂ ਘਰ ਦੇ ਅੱਗੇ ਬੇਅਦਬੀ ਕਰਨ ਜਾਵਾਂਗੇ ਤੇ ਸਾਡੇ ਨਾਲ ਵੀ ਇਹੀ ਕੁਝ ਹੋਵੇਗਾ। ਜੁਗਰਾਜ ਸਿੰਘ ਜੀ, ਸ਼੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਬਿਲਕੁਲ ਨਜ਼ਦੀਕ ਉਹ ਦੋਖੀ ਪਹੁੰਚ ਗਿਆ ਸੀਗਾ। ਜਦੋਂ ਤੁਸੀਂ ਇਹ ਖਬਰ ਸੁਣੀ ਤਾਂ ਸਭ ਤੋਂ ਪਹਿਲਾਂ ਉਹਦੀ ਗੱਲ ਕਰਦੇ ਆ ਕਿ ਉਦੋਂ ਤੁਹਾਨੂੰ ਕਿੱਦਾਂ ਲੱਗਿਆ ਕਿ ਸਿੱਖ ਸੰਗਤਾਂ ਦੇ ਮਨ ਨੂੰ ਕਿੰਨਾ ਕੁ ਹਲੂਣਾ ਉਸ ਚੀਜ਼ ਨੇ ਮਾਰਿਆ? ਦੇਖੋ ਜੀ, ਜਦੋਂ ਇਹ ਖਬਰ ਸੁਣੀ ਤੇ ਜਿਹੜੇ ਦਿਲ ਸਾਡਾ ਵਰੂੰਦ ਲਿਆ ਗਿਆ ਕਿ ਸਾਨੂੰ ਇਹ ਸ਼ਸਤਰ ਲੈ ਮੰਨ ਲਓ ਨਿਗਾਹ ਇੱਕ ਪਈ ਕਿ ਮੰਨ ਲਓ ਜੇ ਬਾਣਾ ਪਾ ਕੇ ਸ਼ਸਤਰ ਪਾ ਕੇ ਸਾਨੂੰ ਇਹ ਫਿਰ ਵੀ ਇਹ ਜਿਹੜੇ ਘਟੀਆ ਇਨਸਾਨ ਨੇ, ਜਿਹੜੇ ਦੋਸ਼ੀ ਨੇ, ਗੁਰੂ ਸਾਹਿਬ ਦੇ ਸਾਡੀ ਬੇਦਬੀ ਕਰਨ ਆ ਰਹੇ ਨੇ। ਪਰ ਜੇ ਗੁਰੂ ਸਾਹਿਬ ਇੱਥੇ ਕੋਈ ਮੰਨ ਲਓ ਗੁਰੂ ਸਾਹਿਬ ਅਸੀਂ ਚਾਹੇ ਮੰਨ ਲਓ ਕੋਈ ਸੰਗਤ ਹੋਰ ਹੁੰਦੀ, ਪਰ ਉਹਨੂੰ ਇੱਥੋਂ ਇਹਨਾਂ ਨੇ ਐਸਪੀਸੀ ਨੇ ਜਾ ਕੇ ਉਹਨੂੰ ਬਾਹਰ ਝਟਕਾਇਆ ਗਿਆ। ਅਸੀਂ ਇਹਨੂੰ ਪ੍ਰਕਰਮਾ ਤੋਂ ਹੀ ਸਿਰ ਲਾ ਕੇ ਇਹਦਾ ਬਾਹਰ ਖੜਨਾ ਸੀ ਦੁਸ਼ਟ ਦਾ। ਹਾਂਜੀ। ਸੋ ਜੇ ਅਸੀਂ ਗੱਲ ਕਰਦੇ ਹਾਂ 328 ਸਰੂਪਾਂ ਨੂੰ ਅੱਜ ਤੁਸੀਂ ਫਿਰ ਤੋਂ ਮਾਰਚ ਕੱਢਿਆ ਗਿਆ ਆ ਤਾਂ ਐਸਜੀਪੀਸੀ ਨੇ ਇਹਦੇ ਤੇ ਕੋਈ ਬਿਆਨ ਦਿੱਤਾ ਹੈਗਾ ਆ ਕਿ ਕਦੋਂ ਤੱਕ ਹਿਸਾਬ ਮਿਲ ਜਾਏਗਾ? ਕਿਉਂਕਿ ਬਹੁਤ ਲੰਬੇ ਸਮੇਂ ਤੋਂ ਕੁੱਟਿਆ ਵੀ ਗਿਆ, ਜਿਵੇਂ ਪਿੱਛੇ ਜਿਹੜਾ ਸੀਗਾ 14 ਸਤੰਬਰ 2020 ਤੋਂ 24 ਅਕਤੂਬਰ 2020 ਤੱਕ ਇਹ ਮਾਰਚ ਚੱਲਿਆ। ਉੱਥੇ ਬੈਠੇ ਹੋਏ ਸੀਗੇ, ਉਦੋਂ ਕੁੱਟਮਾਰ ਹੋਈ ਹੈ, ਜਿਹੜੇ ਸਿੰਘ ਬੈਠੇ ਹੋਏ ਸੀਗੇ ਵਿੱਚ ਬੱਚੇ ਵੀ ਮੌਜੂਦ ਸੀਗੇ ਔਰ ਅੱਜ ਫਿਰ ਇਹ ਧਰਨਾ ਲਾਇਆ ਜਾ ਰਿਹਾ ਹੈ ਜਾਂ ਫਿਰ ਇਹ ਪੱਕਾ ਮੋਰਚਾ ਲਾਉਣਾ? ਨਹੀਂ ਜੀ, ਪੱਕਾ ਨਹੀਂ। ਇਹ 2 ਘੰਟੇ ਵਾਸਤੇ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਆਪਣਾ ਮੋਰਚਾ ਚੱਲੂਗਾ ਤੇ ਅਸੀਂ ਐਸਜੀਪੀਸੀ ਨੂੰ ਇਹੀ ਮੰਨ ਲਓ ਸ਼ੁਰੂ ਤੋਂ ਕਿੰਨੇ ਸਾਲਾਂ ਤੋਂ ਇਹ 5-6 ਸਾਲਾਂ ਤੋਂ ਇਹੀ ਮੰਗ ਹੈ ਕਿ ਜਿਹੜੇ 328 ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਰੂਪ, ਉਹ ਤੁਸੀਂ ਸੰਗਤ ਨੂੰ ਪੁੱਛ ਕੇ ਦਿੱਤੇ। ਸੰਗਤ ਨੂੰ ਪੁੱਛ ਕੇ ਦਿੱਤੇ, ਕਿੱਥੇ ਦਿੱਤੇ, ਕਿਉਂ ਦਿੱਤੇ ਆ, ਕਿਹੜੀ ਸੰਸਥਾ ਨੂੰ ਦਿੱਤੇ ਆ, ਕਾਹਦੇ ਵਾਸਤੇ ਦਿੱਤੇ ਗਏ ਨੇ। ਮੰਨ ਲਓ ਇਹ ਜਿਹੜੇ ਪਾਵਨ ਸਰੂਪ ਹੈ ਇਹ ਜੇ ਸੰਗਤ ਨੂੰ ਪੁੱਛ ਕੇ ਦੇਣ, ਚਾਹੇ ਕਿਸੇ ਗੁਰਦੁਆਰੇ ਦੇ ਅੰਡਰ ਦਿੱਤੇ ਨੇ, ਚਾਹੇ ਕਿਸੇ ਸੰਸਥਾ ਦੇ ਡੇਰਾ ਪ੍ਰੇਮੀ ਨੂੰ ਦਿੱਤੇ ਨੇ, ਕਿਸੇ ਨੂੰ ਦਿੱਤੇ, ਪਰ ਇਹ ਸੰਗਤ ਨੂੰ ਪੁੱਛ ਕੇ ਐਸਜੀਪੀਸੀ ਦਾ ਇਹ ਅਧਿਕਾਰ ਹੈ ਕਿ ਮੰਨ ਲਓ ਸੰਗਤ ਨੂੰ ਪੁੱਛ ਕੇ ਦੇਣ ਦਾ ਅਧਿਕਾਰ ਹੈ। ਐਵੇਂ ਜਿਹੜੇ ਗੁਰੂ ਸਾਹਿਬ ਦਾ ਸਤਿਕਾਰ ਹੈ ਉਹ ਸੰਗਤ ਨੂੰ ਪੁੱਛ ਕੇ ਹੋਣਾ ਚਾਹੀਦਾ ਹੈ। ਐਵੇਂ ਨਹੀਂ ਕਿ ਮੰਨ ਲਓ ਗੁਰੂ ਸਾਹਿਬ ਜਿੱਥੇ ਮਰਜ਼ੀ ਦੇ ਦੇਣਾ। ਗੁਰੂ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰੇ ਬਹੁਤ 3-3 4-4 ਗੁਰਦੁਆਰੇ ਹੋ ਰਹੇ ਨੇ, ਉੱਥੇ ਬੇਦਬੀਆਂ ਹੀ ਹੋਣਗੀਆਂ, ਫਿਰ ਕੀ ਹੋਊਗਾ? ਇਹੀ ਫਿਰ ਮੰਨ ਲਓ ਜੇ ਆਪਾਂ ਨੂੰ ਇਹਨਾਂ ਨੇ 328 ਸਰੂਪ ਬਿਨਾਂ ਪੁੱਛਾਂ ਤੋਂ ਦੇ ਦਿੱਤੇ, ਫਿਰ ਬੇਦਬੀਆਂ ਦਾ ਫਿਰ ਸਿਲਸਿਲਾ ਵੱਧਦਾ ਜਾਏਗਾ। ਬੇਅਦਬੀਆਂ ਦੇ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੈ ਚੀਜ਼, ਕਿਉਂਕਿ ਜੇ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਪਿੰਡਾਂ ਦੇ ਵਿੱਚ ਬੇਅਦਬੀਆਂ ਦੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਨੇ। 2015 ਤੋਂ ਲੈ ਕੇ ਅੱਜ ਤੱਕ ਇਨਸਾਫ ਨਹੀਂ ਮਿਲਿਆ। ਬੇਸ਼ੱਕ ਬੀਤੀ ਰਾਤ ਇੱਥੇ ਸਜ਼ਾ ਜਿਹੜੀ ਉਹ ਦਿੱਤੀ ਗਈ ਹੈ, ਪਰੰਤੂ 328 ਸਰੂਪ ਅਜੇ ਵੀ ਗਾਇਬ ਨੇ ਔਰ ਉਹਨਾਂ ਦਾ ਹਿਸਾਬ ਜਿਹੜੀਆਂ ਉਹ ਸਿੱਖ ਸੰਗਤਾਂ ਮੰਗ ਰਹੀਆਂ ਨੇ। ਭਾਈ ਰਣਜੀਤ ਸਿੰਘ ਜੀ, ਅੱਜ ਫਿਰ ਐਸਜੀਪੀਸੀ ਵੇਅਰ ਆਰ 328 ਮਿਸਿੰਗ ਸਰੂਪ ਤੁਸੀਂ ਅੱਜ ਫਿਰ ਪੁੱਛ ਰਹੇ ਹੋ, ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਪੁੱਛਦਿਆਂ ਨੂੰ? ਜਵਾਬ ਕੋਈ ਮਿਲੇ? ਦੇਖੋ 1 ਸਾਲ ਤੋਂ ਵੱਧ ਸਮਾਂ ਜਿਹੜਾ ਆ ਉਹ ਬੀਤ ਚੁੱਕਾ ਆ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਬਹਾਲੀ ਦੇ ਵਾਸਤੇ ਇੱਥੋਂ ਪਤਾ ਲੱਗਦਾ ਆ ਕਿ ਸ਼੍ਰੋਮਣੀ ਕਮੇਟੀ ਕੋਈ ਬਹੁਤੀ ਸੰਜੀਦਗੀ ਜਾਂ ਗੰਭੀਰ ਨਹੀਂ ਆ। ਸੰਗਤਾਂ ਬਾਰ-ਬਾਰ ਇਹ ਮੰਗ ਕਰ ਰਹੀਆਂ ਆ ਕਿ ਉਹ ਪਾਵਨ ਸਰੂਪ ਕਿਹਨੂੰ ਦਿੱਤੇ, ਕਿਹਦੇ ਕਹਿਣ ਦੇ ਉੱਤੇ ਦਿੱਤੇ, ਕਿਉਂ ਦਿੱਤੇ ਤੇ ਹੁਣ ਉਹ ਪਾਵਨ ਸਰੂਪ ਕਿੱਥੇ ਆ, ਕਿਹੜੇ ਹਾਲਾਤਾਂ ਦੇ ਵਿੱਚ ਆ ਤੇ ਜਿਹੜੇ 16 ਦੋਸ਼ੀ ਜਿਨ੍ਹਾਂ ਨੇ ਘਪਲਾ ਕੀਤਾ ਆ ਜਾਂ ਸਰੂਪ ਗਾਇਬ ਕੀਤੇ ਆ ਉਹਨਾਂ ਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ। ਪਰ ਸਿਆਸਤਦਾਨ ਬਦਲ ਕੇ ਉਹਨਾਂ ਦੋਸ਼ੀਆਂ ਨੂੰ ਬਚਾ ਰਹੇ ਆ ਤੇ ਉਹਨਾਂ ਦੋਸ਼ੀਆਂ ਦੀ ਬਹਾਲੀ ਦੇ ਵਾਸਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੇ ਰਸਤੇ ਆ ਉਹ ਵੀ ਕੱਢੇ ਜਾ ਰਹੇ ਆ। ਸੋ ਸ਼੍ਰੋਮਣੀ ਕਮੇਟੀ ਕਹਿ ਰਹੀ ਆ ਕਿ ਸਿਰਫ ਘਪਲਾ ਹੋਇਆ ਆ
ਬੇਅਦਬੀ ਨਹੀਂ ਹੋਈ। ਜੇਕਰ ਸ਼੍ਰੋਮਣੀ ਕਮੇਟੀ ਨੂੰ ਇਹ ਨਹੀਂ ਪਤਾ ਕਿ ਉਹ ਪਾਵਨ ਸਰੂਪ ਕਿੱਥੇ ਆ ਤਾਂ ਫਿਰ ਕਿਵੇਂ ਕਹਿ ਸਕਦੀ ਆ ਕਿ ਬੇਅਦਬੀ ਨਹੀਂ ਹੋਈ। ਇਹ ਬੇਅਦਬੀ ਦਾ ਵੀ ਜਿਹੜਾ ਮਾਮਲਾ ਆ ਉਹ ਹੋ ਸਕਦਾ ਆ, ਕਿਉਂਕਿ ਉੱਥੇ ਗੁਰੂ ਸਾਹਿਬ ਜੀ ਦੇ ਕਾਫੀ ਸਰੂਪ ਅਗਨ ਭੇਟ ਵੀ ਹੋਏ, ਚੋਰੀ ਛੁਪੇ ਇਹਨਾਂ ਨੇ ਬਾਅਦ ਵਿੱਚ ਉਹ ਜਿਹੜੇ ਪਾਵਨ ਸਰੂਪ ਅਗਨ ਭੇਟ ਕਰ ਦਿੱਤੇ, ਪਛਤਾਤਾਪ ਸਮਾਗਮ ਤੱਕ ਵੀ ਨਹੀਂ ਕਰਾਇਆ। ਬੜੀਆਂ ਗੱਲਾਂ ਜਿਹੜੀਆਂ ਖੁੱਲ ਕੇ ਆ ਉਹ ਸਾਹਮਣੇ ਆਈਆਂ 2015 ਤੋਂ ਲੈ ਕੇ 21 ਤੱਕ। ਬਾਕੀ ਜਿਹੜੇ ਪਾਵਨ ਸਰੂਪਾਂ ਦਾ ਜਿਹੜਾ ਹਿਸਾਬ ਕਰਨਾ ਹਾਲੇ ਉਹ ਵੀ ਬਾਕੀ ਆ। ਗੱਲ ਕੱਲੀ 328 ਸਰੂਪਾਂ ਤੱਕ ਹੀ ਸੀਮਿਤ ਨਹੀਂ ਆ। ਜਿਹੜਾ ਭਾਰਤੀ ਫੌਜ ਨੇ ਸਾਹਿਤ ਵਾਪਸ ਮੋੜਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਜਾਂ ਹੁਕਮਨਾਮੇ ਸਾਹਿਬ, ਉਹ 3 ਵਾਰੀ ਕਰਕੇ ਭਾਰਤੀ ਫੌਜ ਸ਼੍ਰੋਮਣੀ ਕਮੇਟੀ ਨੂੰ ਸਾਹਿਤ ਵਾਪਸ ਮੋੜ ਚੁੱਕੀ ਏ। ਪਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਨਹੀਂ ਕਿ ਉਹ ਸਾਹਿਤ ਕਿੱਥੇ ਗਿਆ, ਕੀ ਇਹਨਾਂ ਨੇ ਅਜਾਇਬ ਘਰਾਂ ਦੇ ਵਿੱਚ ਵੇਚ ਦਿੱਤਾ ਆ ਜਾਂ ਕਿੱਥੇ ਖੁਰਦ-ਬੁਰਦ ਕਰ ਦਿੱਤਾ ਆ, ਉਹ ਤਾਂ ਸ਼੍ਰੋਮਣੀ ਕਮੇਟੀ ਹੀ ਜਾਣਦੀ ਆ। ਪਰ ਉਹ ਸ਼੍ਰੋਮਣੀ ਕਮੇਟੀ ਉਹ ਦੱਸ ਨਹੀਂ ਰਹੀ। ਹੁਣ ਆ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਦਿਨੋਂ ਦਿਨ ਵਾਪਰ ਰਹੀਆਂ ਆ। ਅਖੌਤੀ ਪੰਥਕ ਬਾਦਲ ਸਰਕਾਰ ਉਸ ਵੇਲੇ ਬਿਲਕੁਲ ਵੀ ਗੰਭੀਰ ਨਹੀਂ ਸੀ, ਸ਼੍ਰੋਮਣੀ ਕਮੇਟੀ ਵਾਲੇ ਵੀ ਜਿਹੜੇ ਗੰਭੀਰ ਨਹੀਂ ਆ। ਜੇਕਰ ਕੱਲ ਸਿੱਖ ਨੌਜਵਾਨ ਜਾਂ ਸੰਗਤ ਉੱਥੇ ਨਾ ਪਹੁੰਚਦੀ ਕਿ ਦੋਸ਼ੀ ਨੂੰ ਸਾਡੇ ਹਵਾਲੇ ਕੀਤਾ ਜਾਵੇ, ਇਹੋ ਜਿਹੀ ਮੰਗ ਨਾ ਰੱਖਦੀ ਜ਼ਬਰਦਸਤ, ਤੇ ਸ਼ਾਇਦ ਇਹ ਵੀ ਜਿਹੜਾ ਦੋਸ਼ੀ ਸੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ। ਫਿਰ ਪੁਲਿਸ ਉਹਨੂੰ ਮਾਨਸਿਕ ਰੋਗੀ ਕਹਿ ਕੇ ਜਿਹੜਾ ਆ ਉਹ ਛੱਡ ਦਿੰਦੀ ਜਾਂ ਉਹ ਜ਼ਮਾਨਤ ਤੇ ਰਿਹਾ ਹੋ ਜਾਂਦਾ। ਪਰ ਸੰਗਤ ਦੀ ਰੀਹ ਸੀ ਕਿ ਉਹਨੂੰ ਗੱਡੀ ਚੜਾਇਆ ਜਾਵੇ, ਉਹ ਗੱਡੀ ਚੜ੍ਹ ਚੁੱਕਾ ਹੋਇਆ ਆ। ਸੋ ਇਹ ਵਧੀਆ ਹੋਇਆ ਆ। ਪਰ ਨਾਲ ਨਾਲ ਪੰਥ ਇਹ ਵੀ ਸ਼੍ਰੋਮਣੀ ਕਮੇਟੀ ਤੋਂ ਜਵਾਬ ਮੰਗਦਾ ਕਿ ਉਹ 328 ਪਾਵਨ ਸਰੂਪ ਕਿੱਥੇ ਗਏ, ਉਹਦਾ ਵੀ ਸੰਗਤਾਂ ਨੂੰ ਜਿਹੜਾ ਹਿਸਾਬ ਹੈ ਉਹ ਦਿੱਤਾ ਜਾਵੇ। ਬੀਤੀ ਰਾਤ ਐਸਜੀਪੀਸੀ ਦੀ ਸ਼ਲਾਘਾ ਵੀ ਕੀਤੀ ਗਈ ਹੈ ਸਿੱਖ ਜਥੇਬੰਦੀਆਂ ਦੇ ਵੱਲੋਂ ਕਿ ਇੱਕ ਅੱਛਾ ਕੰਮ ਜਿਹੜਾ ਸੀਗਾ ਐਸਜੀਪੀਸੀ ਨੇ, ਕਿਉਂਕਿ ਜਥੇਦਾਰ ਸਾਹਿਬ ਦਾ ਬਿਆਨ ਵੀ ਆਉਂਦਾ ਹੈ ਕਿ ਸਾਡੇ ਦਿਲ ਦੇ ਉੱਪਰ ਜੇ ਕੋਈ ਪੈਰ ਧਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿਤੇ ਨਾ ਕਿਤੇ ਅਬਦਾਲੀ ਹੋਣਾ ਦੇ ਨਾਲ ਜੋ ਹੋਇਆ ਸੀਗਾ ਉਹੀ ਕੁਛ ਇੱਥੇ ਹੋਣਾ ਸੀਗਾ। ਬਿਆਨ ਬਹੁਤ ਵੱਡਾ ਸੀਗਾ ਔਰ ਉਹਦੇ ਵਿੱਚ ਭਾਵਨਾ ਜਿਹੜੀ ਉਹ ਝਲਕਦੀ ਸੀਗੀ। ਔਰ ਅੱਜ ਐਸਜੀਪੀਸੀ ਕੋਲੋਂ ਫਿਰ ਜਵਾਬ ਜਿਹੜਾ ਉਹ ਮੰਗਿਆ ਜਾ ਰਿਹਾ 328 ਸਰੂਪਾਂ ਦਾ। ਕੀ ਹੁਣ ਐਸਜੀਪੀਸੀ ਜਵਾਬ ਦੇਗੀ, ਕਿਉਂਕਿ ਸਮਾਂ ਬਹੁਤ ਨਿਕਲ ਗਿਆ? ਦੇਖੋ 1 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੋਇਆ ਆ, ਪਰ ਸ਼੍ਰੋਮਣੀ ਕਮੇਟੀ ਇਹ ਜਵਾਬ ਦੇਣ ਨੂੰ ਤਿਆਰ ਨਹੀਂ ਆ। ਇਸ ਮਾਮਲੇ ਨੂੰ ਜਿਹੜਾ ਦਬਾਉਣ ਦੀ ਕੋਸ਼ਿਸ਼ ਆ ਉਹ ਕਰ ਰਹੀ ਆ। ਬੀਤੀ ਰਾਤ ਵਾਲੀ ਭੂਮਿਕਾ ਐਸਜੀਪੀਸੀ ਦੀ ਕਿਵੇਂ ਦੇਖਦੇ? ਦੇਖੋ ਜਿਹਦੀ ਬੀਤੀ ਰਾਤ ਜਿਹੜੀ ਭੂਮਿਕਾ ਆ, ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਹੋਵੇ, ਚਾਹੇ ਉਹ ਸਮੇਂ ਦੇ ਸੇਵਾਦਾਰਾਂ ਦੀ ਹੋਵੇ, ਜਾਂ ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜੇ ਸਿੰਘ ਚੌਰ ਬਰਦਾਰ ਸਨ, ਹਜ਼ੂਰੀਏ ਸਿੰਘ ਸਨ, ਜਾਂ ਸੰਗਤ ਦੀ ਜਿਹੜੀ ਭੂਮਿਕਾ ਆ, ਅਸੀਂ ਉਹਦੀ ਸ਼ਲਾਘਾ ਵੀ ਕਰਦੇ ਆ ਕਿ ਉਹ ਬੰਦਾ ਪੁਲਿਸ ਦੇ ਹਵਾਲੇ ਨਹੀਂ ਕੀਤਾ ਗਿਆ, ਉਹਨੂੰ ਮੌਕੇ ਦੇ ਉੱਤੇ ਜਿਹੜੀ ਸਜ਼ਾ ਆ ਉਹ ਦਿੱਤੀ ਗਈ। ਇੱਕ ਸਿੰਘ ਨੇ ਉਹ ਵੀਡੀਓ ਵਿੱਚ ਵੀ ਦੱਸ ਰਿਹਾ ਆ ਕਿ ਉਹਨੂੰ ਕੜੇ ਮਾਰ ਕੇ ਜਿਹੜੀ ਸਜ਼ਾ ਆ ਉਹ ਦਿੱਤੀ ਗਈ। ਸੋ ਦਿੱਤੀ ਵੀ ਜਾਣੀ ਚਾਹੀਦੀ ਸੀ। ਜੇਕਰ ਸ਼੍ਰੋਮਣੀ ਕਮੇਟੀ ਜਾਂ ਸੰਗਤ ਉਹਨੂੰ ਸਜ਼ਾ ਨਾ ਦਿੰਦੀ ਤਾਂ ਬੜਾ ਵੱਡਾ ਖਾਲਸਾ ਪੰਥ ਦਾ ਜਿਹੜਾ ਰੋਹ ਸੀ ਉਹ ਸ਼੍ਰੋਮਣੀ ਕਮੇਟੀ ਦੇ ਖਿਲਾਫ ਖੜਾ ਹੋ ਜਾਣਾ ਸੀ। ਜਦੋਂ ਬੇਅਦਬੀ ਦੀ ਘਟਨਾ ਦੀ ਕੋਸ਼ਿਸ਼ ਉਹ ਬੰਦਾ ਕਰਦਾ ਹੈ, ਜੰਗਲਾ ਟੱਪ ਲੈਂਦਾ ਹੈ, ਇੰਨੀ ਵੱਡੀ ਜਿਹੜਾ ਆ ਉਹ ਪਹਿਲਾਂ ਉਹਨੇ ਚੈੱਕ ਕੀਤਾ ਹੋਊਗਾ ਵੀ ਕਿੱਦਾਂ ਦਾ ਇੱਥੇ ਪ੍ਰਬੰਧ ਹੈ, ਕੀ ਪ੍ਰਬੰਧਾਂ 'ਚ ਕੋਈ ਘਾਟ ਸੀਗੀ ਜਾਂ ਫਿਰ ਬੰਦਾ ਹੀ ਇਹਨਾਂ ਚਲਾਕ ਹੋ ਸਕਦਾ ਸੀਗਾ ਕਿ ਜਿਹੜਾ ਸਾਰੇ ਹੀ ਸੇਵਾਦਾਰਾਂ ਨੂੰ ਕੱਢ ਕੇ ਜਿਹੜਾ ਉਹ ਜੰਗਲਾ ਟੱਪ ਗਿਆ? ਦੇਖੋ ਪ੍ਰਬੰਧ ਦੇ ਵਿੱਚ ਜਿਹੜੀ ਬੜੀ ਵੱਡੀ ਘਾਟ ਆ, ਅਸੀਂ ਇਹ ਸਮਝਦੇ ਹਾਂ ਕਿ ਸ਼੍ਰੋਮਣੀ ਕਮੇਟੀ ਜਾਂ ਬਾਦਲ ਦਲੀਏ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਵਾਸਤੇ ਜਿਹੜੇ ਗੰਭੀਰ ਆ ਉਹ ਨਹੀਂ ਹੈਗੇ। ਪਿਛਲੇ ਸਮੇਂ ਦੇ ਵਿੱਚ ਵੀ ਅਖੌਤੀ ਪੰਥਕ ਬਾਦਲ ਸਰਕਾਰ ਦੇ ਵੇਲੇ ਗੁਰੂ ਸਾਹਿਬ ਜੀ ਦਾ ਜਿਹੜਾ ਪਾਵਨ ਸਰੂਪ ਆ ਉਹ ਚੋਰੀ ਹੋਇਆ। ਜਦੋਂ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ, ਮੋਰਚੇ ਲੱਗੇ, ਸੰਘਰਸ਼ ਕੌਮ ਨੇ 1 ਮਹੀਨਾ ਜਿਹੜਾ ਪੂਰਾ ਪੰਜਾਬ ਆ ਉਹ ਬੰਦ ਕਰੀ ਰੱਖਿਆ। ਜਦੋਂ ਇਹ ਪਤਾ ਲੱਗਾ ਕਿ ਉਹ ਡੇਰਾ ਸਿਰਸਾ ਦੇ ਪ੍ਰੇਮੀ ਆ ਉਹ ਦੋਸ਼ੀ, ਤਾਂ ਉੱਥੇ ਹੀ ਜਿਹੜੀ ਜਾਂਚ ਆ ਉਹ ਠੱਪ ਦਿੱਤੀ ਗਈ। ਇਸੇ ਤਰ੍ਹਾਂ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਵੀ ਇੱਕ ਜਿਹੜਾ ਦੋਸ਼ੀ ਆ ਉਹ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਤੇ ਬੀੜੀ ਸੁੱਟਣ ਦੀ ਕੋਸ਼ਿਸ਼ ਕਰਦਾ ਆ, ਪਰ ਸ਼੍ਰੋਮਣੀ ਕਮੇਟੀ ਵੱਲੋਂ ਉੱਥੇ ਮੌਕੇ ਤੇ ਸਜ਼ਾ ਨਹੀਂ ਦਿੱਤੀ ਗਈ, ਉਹਨੂੰ ਜਿਹੜਾ ਪੁਲਿਸ ਦੇ ਹਵਾਲੇ ਕੀਤਾ ਗਿਆ। ਇਸ ਤਰ੍ਹਾਂ ਜਿਹੜੇ ਹੌਸਲੇ ਆ ਉਹ ਵੱਧ ਰਹੇ ਆ। ਤੇ ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਆ ਕੇ ਇੱਕ ਪਾਪੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਪਾਵਨ ਸਰੂਪ ਦੇ ਉੱਤੇ ਜਿਹੜਾ ਕੈਮੀਕਲ ਜਾਂ ਤੇਜ਼ਾਬ ਸੁੱਟਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ। ਉਹ ਵੀ ਬੰਦਾ ਮਾਨਸਿਕ ਰੋਗੀ ਕਹਿ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਪੁਲਿਸ ਨੇ ਬਾਅਦ ਵਿੱਚ ਉਹਨੂੰ ਛੱਡ ਦਿੱਤਾ। ਇਸੇ ਤਰ੍ਹਾਂ ਇੱਕ ਜਿਹੜੀ ਔਰਤ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਪਾਲਕੀ ਸਾਹਿਬ ਆ ਉਹਦੇ ਵਿੱਚ ਬੈਠ ਗਈ ਸੀ। ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਕ ਜਿਹੜਾ ਬੰਦਾ ਸੀ ਉਹ ਪਾਵਨ ਸਰੂਪ ਦੇ ਅੱਗੇ ਲੰਮੇ ਪੈ ਗਿਆ ਸੀ। ਜੇਕਰ ਸ਼੍ਰੋਮਣੀ ਕਮੇਟੀ ਨੇ ਉਸ ਸਮੇਂ ਗੰਭੀਰਤਾ ਵਿਖਾਈ ਹੁੰਦੀ, ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਉਹ ਦਿੱਤੀਆਂ ਹੁੰਦੀਆਂ, ਪੁਲਿਸ ਪ੍ਰਸ਼ਾਸਨ ਨੇ ਵੀ ਆਪਣਾ ਜਿਹੜਾ
ਵਧੀਆ ਰੋਲ ਅਦਾ ਕੀਤਾ ਹੁੰਦਾ ਤਾਂ ਹੋ ਸਕਦਾ ਕਿ ਇਹ ਜਿਹੜਾ ਸਮਾਂ ਆ ਉਹ ਨਾ ਹੁੰਦਾ, ਦੁਖਦਾਈ ਘਟਨਾ ਆ ਇਹ ਨਾ ਵਾਪਰਦੀ। ਬਾਕੀ ਕੁਝ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ, ਕਿ ਬੇਅਦਬੀ ਨਹੀਂ ਹੋਈ, ਉਹਨੇ ਕੋਸ਼ਿਸ਼ ਕੀਤੀ। ਦੇਖੋ ਪਾਵਨ ਉਹ ਜਿਹੜੀ ਮਰਿਆਦਾ ਆ ਉਹਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਸਾਹਿਬ ਜੀ ਦੇ ਸਰੂਪ ਦੇ ਬਿਲਕੁਲ ਉਹ ਬੰਦਾ ਨੇੜੇ ਪਹੁੰਚ ਗਿਆ ਸੀ। ਰੁਮਾਲੇ ਸਾਹਿਬ ਦੇ ਉੱਤੇ ਜਿਹੜੇ ਪੈਰ ਆ ਉਹ ਰੱਖੇ ਗਏ। ਇਹ ਬੜੀ ਵੱਡੀ ਜਿਹੜੀ ਘਟਨਾ ਆ ਉਹ ਹੋਈ, ਬੜੀ ਵੱਡੀ ਜਿਹੜੀ ਬੇਅਦਬੀ ਆ ਉਹ ਹੋਈ। ਸੋ ਬਾਕੀ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਪੁਲਿਸ ਫੋਰਸ ਆ ਉਹ ਲਾਈ ਜਾਵੇ। ਸ਼੍ਰੋਮਣੀ ਕਮੇਟੀ ਪੁਲਿਸ ਫੋਰਸ ਤਾਂ ਅਨੰਦਪੁਰ ਸਾਹਿਬ ਵੀ ਸੀਗੀ, ਲੱਗੀ ਹੋਈ ਸੀ। ਸ਼੍ਰੋਮਣੀ ਕਮੇਟੀ ਦੇ ਅਸੀਂ ਇਸ ਬਿਆਨ ਦੀ ਜਿਹੜੀ ਨਿਖੇਧੀ ਆ ਉਹ ਕਰਦੇ ਆ, ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਸਿੱਖਾਂ ਦਾ ਰਾਜ ਹੈ। ਇੱਥੇ ਕੋਈ ਭਾਰਤ ਦਾ ਰਾਜ ਜਾਂ ਪੁਲਿਸ ਪ੍ਰਸ਼ਾਸਨ ਦਾ ਰਾਜ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਦਾ ਜਿਹੜਾ ਅਦਬ ਸਤਿਕਾਰ ਆ ਉਹ ਸਿੱਖ ਕਰਨਾ ਜਾਣਦੇ ਆ। ਪਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਕਹੀ ਜਾਣੀ ਕਿ ਦਰਬਾਰ ਸਾਹਿਬ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਤਾਇਨਾਤ ਆ ਉਹ ਕੀਤੀ ਜਾਵੇ, ਇਹ ਇੱਕ ਬੜਾ ਮੰਦਭਾਗਾ ਵਰਤਾਰਾ। ਪੁਲਿਸ ਨੂੰ ਬਾਹਰ ਕੱਢਣ ਦੇ ਵਾਸਤੇ ਤਾਂ ਸਿੱਖ ਪੰਥ ਨੇ ਇੰਨੇ ਜਿਹੜੇ ਮੋਰਚੇ ਆ ਉਹ ਲਾਏ, ਇੰਨੇ ਸੰਘਰਸ਼ ਜਿਹੜੇ ਆ ਉਹ ਲੜੇ ਗਏ। ਸੋ ਕਿਉਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਆਪਣਾ ਜਿਹੜਾ ਦਰਬਾਰ ਸਾਹਿਬ ਗੁਰੂ ਘਰ ਆ ਉਹਦਾ ਜਿਹੜਾ ਪ੍ਰਬੰਧ ਹੈ ਉਹ ਦੇ ਰਹੇ ਹਾਂ। ਬਿਲਕੁਲ ਅਸੀਂ ਬਾਕੀ ਸਿੰਘਾਂ ਤੋਂ ਵੀ ਇਹ ਜਾਣਾਂਗੇ ਕਿ ਪੁਲਿਸ ਪ੍ਰਸ਼ਾਸਨ ਜਾਂ ਪੁਲਿਸ ਕੋਲੋਂ ਮੰਗ ਰੱਖੀ ਗਈ ਜਿਹੜੀ ਐਸਜੀਪੀਸੀ ਦੇ ਵੱਲੋਂ ਕਿੰਨੀ ਕੁ ਜਾਇਜ਼ ਹੈ। ਸੋ ਐਸਜੀਪੀਸੀ ਦੇ ਵੱਲੋਂ ਪੁਲਿਸ ਨੂੰ ਕਿਹਾ ਜਾਣਾ ਕਿ ਐਸਜੀਪੀਸੀ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਰਿਹਾ, ਜਾਂ ਕੀ ਕਾਰਨ ਰਿਹਾ ਕਿ ਐਸਜੀਪੀਸੀ ਨੂੰ ਪੁਲਿਸ ਦੇ ਕੋਲੋਂ ਸਿਕਿਉਰਿਟੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਹੈ, ਔਰ ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ? ਕੀ ਇਹ ਸੱਚ ਹੈ ਕਿ ਐਸਜੀਪੀਸੀ ਨੇ ਇਦਾਂ ਕਿਹਾ? ਦੇਖੋ ਜਿਹੜੀ ਸ਼੍ਰੋਮਣੀ ਕਮੇਟੀ ਹੈ ਨਾ ਉਹ ਸਿੱਖਾਂ ਦੀ ਭਾਵਨਾਵਾਂ ਦੀ ਅੱਜ ਦੀ ਡੇਟ 'ਚ ਤਰਜਮਾਨੀ ਨਹੀਂ ਕਰਦੀ। ਬਾਦਲ ਕਿਆ ਨੇ ਇਹ ਧੱਕੇ ਨਾਲ ਥੋਪੀ ਹੋਈ ਇੱਕ ਸ਼੍ਰੋਮਣੀ ਕਮੇਟੀ ਆ ਜਿਹਨੂੰ ਸਟੇਟ ਜਿਹੜੀ ਆ ਪੁਸ਼ਤ ਪਨਾਹੀ ਕਰ ਰਹੀ ਆ। ਨਹੀਂ, ਐਸਜੀਪੀਸੀ ਥੋਪੀ ਹੋਈ ਹੈ ਕਿ ਜਾਂ ਨੁਮਾਇੰਦੇ ਜਾਂ ਕੋਈ ਬੰਦੇ ਵਿੱਚ ਥੋਪੇ ਹੋਏ ਨੇ? ਕਿਉਂਕਿ ਐਸਜੀਪੀਸੀ ਦਾ ਜਿਹੜਾ ਇਤਿਹਾਸ ਹੈ ਉਹ ਤਾਂ ਬਹੁਤ ਵੱਡਾ ਇਤਿਹਾਸ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਐਸਜੀਪੀਸੀ ਥੋਪੀ ਹੋਈ ਹੈ। ਨਹੀਂ, ਜਦੋਂ ਸੰਸਥਾਵਾਂ ਦੇ ਵਿੱਚ ਕੌਣ ਹੁੰਦਾ, ਸੰਸਥਾਵਾਂ ਬੰਦਿਆਂ ਦੇ ਸਿਰ ਤੇ ਹੀ ਰਨ ਕਰਦੀਆਂ। ਜਦੋਂ ਅਸੀਂ ਐਸਜੀਪੀਸੀ ਦੇ ਸਾਡੇ ਬਜ਼ੁਰਗ ਉਹਦੇ ਮੁੱਢਲੇ ਮੈਂਬਰ ਸੀਗੇ, ਅਸੀਂ ਬੜੀ ਲੰਮੀ ਮਤਲਬ ਬੜੀ ਲੰਮੀ ਸਮੇਂ ਤੱਕ ਇਹਦਾ ਸੇਵਾ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਤੇ ਸਾਡੇ ਪਰਿਵਾਰ ਨੇ। ਤੇ ਜਦੋਂ ਹੁਣ ਇਹ ਜਿਹੜੀ ਅੱਜ ਵਾਲੀ ਸ਼੍ਰੋਮਣੀ ਕਮੇਟੀ ਆ, ਤੁਸੀਂ ਕੱਲ ਦੀ ਘਟਨਾ ਤੁਸੀਂ ਦੇਖੋ ਵੀ ਜੇ ਉਹ ਘਟਨਾ ਘਟ ਜਾਂਦੀ ਤੇ ਫਿਰ ਤਾਂ ਪੂਰੇ ਪੰਜਾਬ 'ਚ ਅੱਗ ਲੱਗ ਜਾਂਦੀ। ਤੇ ਜਿਹੜੀ ਉਹ ਅੱਗ ਲੱਗਣੀ ਸੀ ਉਹਦਾ ਫਾਇਦਾ ਕਿਹਨੂੰ ਹੁੰਦਾ? ਕੌਣ ਅੱਗ ਲਾਣਾ ਚਾਹੁੰਦਾ? ਕੁਐਸਚਨ ਇਸ ਗੱਲ ਦਾ ਉੱਠਦਾ ਵੀ ਕੌਣ ਅੱਗ ਲਾਣਾ ਚਾਹੁੰਦਾ? ਕੌਣ ਪੰਜਾਬ ਨੂੰ ਮੁੜ ਡਿਸਟਰਬ ਕਰਨਾ ਚਾਹੁੰਦਾ ਆ? ਕਿਹਨੂੰ ਫਾਇਦਾ ਹੋਊਗਾ? ਇਹਦੇ ਵਿੱਚ ਦੋ ਰਾਏ ਨਹੀਂ ਹੈਗੀਆਂ ਕੋਈ ਵੀ। ਜਿੱਦਾਂ ਅਸੀਂ 2015 ਦੀ ਘਟਨਾ ਦੇ ਵਿੱਚ ਅਸੀਂ ਹਰ ਬੱਚੇ ਨੂੰ ਪੁੱਛ ਲਓ, ਉਹਦੇ ਵਿੱਚ ਇੱਕੋ ਹੀ ਗੱਲ ਨਿਕਲਦੀ ਆ, ਸੁਖਬੀਰ ਬਾਦਲ ਤੇ ਸੌਦਾ ਸਾਧ ਇਹਨਾਂ ਦਾ ਪਲਾਨ ਸੀਗਾ। ਅੱਗੇ ਸਾਰੀ ਜਿਹੜੀਆਂ ਇਹ ਕੋਈ ਵੀ ਘਟਨਾਵਾਂ ਹੁੰਦੀਆਂ ਇੱਦਾਂ ਨਹੀਂ ਹੁੰਦਾ ਵੀ ਇਹ 1% ਮਤਲਬ ਇੱਕ ਬੰਦੇ ਦੀ ਸਾਰੀ ਗੇਮ ਹੋਵੇ। ਇਹਦੇ ਵਿੱਚ ਪੜਾਅ ਹੁੰਦੇ ਆ, 8 10 15 20 ਬੰਦੇ ਵੀ ਉਹਦੇ ਵਿੱਚ ਹੋ ਸਕਦੇ ਆ। ਤੇ ਉਹਦੇ ਬਾਰੇ ਕੌਮ ਨੂੰ ਸਿੱਧਾ ਬੱਚੇ ਨੂੰ ਪਤਾ ਉਹਦੇ ਵਿੱਚ ਸੁਖਬੀਰ ਬਾਦਲ ਤੇ ਜਿਹੜੇ ਸੌਦਾ ਸਾਧ ਉਹ ਦੋਸ਼ੀ ਆ, ਹਨਾ। ਇਹ ਜਿਹੜੀ ਕੱਲ ਵਾਲੀ ਘਟਨਾ ਘਟੀ ਆ ਨਾ, ਇਹਦੇ ਜੇ ਰਾਜਨੀਤਿਕ ਇਹਦੀ ਚੀੜ-ਫਾੜ ਕਰੀਏ ਤਾਂ ਇਹ ਪਤਾ ਲੱਗਦਾ ਵੀ ਕਿਹੜੀ ਧਿਰ ਪੰਜਾਬ ਦੇ ਵਿੱਚ ਹੁਣ ਪੈਰ ਲਾਣਾ ਚਾਹੁੰਦੀ ਆ, ਕਿਹੜੀ ਧਿਰ ਨਵੀਂ ਇੱਥੇ ਆ ਕੇ ਜਿਹੜਾ ਸਥਾਪਿਤ ਹੋਣਾ ਚਾਹੁੰਦੀ ਆ। ਤੇ ਸਿੱਧਾ ਇਸ਼ਾਰਾ ਜਿਹੜਾ ਨਾ ਸਾਡਾ ਆਰਐਸ ਤੇ ਬੀਜੇਪੀ ਵੱਲ ਜਾਂਦਾ। ਉਹਨਾਂ ਨੇ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਵੀ ਉਹਨਾਂ ਨੇ ਕਈ ਸਿੱਖਾਂ ਤੇ ਮਤਲਬ ਜੀ ਬਿਲਕੁਲ ਬਿਆਨ ਵੀ ਜਿਹੜਾ ਆ ਉਹ ਆ ਗਿਆ ਹੈਗਾ ਆ ਕਿ ਪਿੱਛੋਂ ਗ੍ਰਹਿ ਮੰਤਰਾਲੇ ਨੇ ਕਿਹਾ ਹੈਗਾ, ਗ੍ਰਹਿ ਮੰਤਰੀ ਨੇ ਕਿਹਾ ਹੈਗਾ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੀ ਜਾਂਚ ਹੋਵੇਗੀ, ਵੱਡੇ ਪੱਧਰ ਦੇ ਉੱਪਰ ਇਹ ਦੱਸਿਆ ਜਾਵੇਗਾ। ਇਹ ਬਿਆਨ ਜਿਹੜਾ ਆਉਂਦਾ ਹੁਣ ਦੇਖੋ ਜਾਂਚ ਕੀ ਹੋਣੀ ਆ। ਅਸੀਂ 2015 ਤੋਂ ਘਟਨਾਵਾਂ ਦੇ ਨਾ 400 ਦੇ ਕਰੀਬ ਜਿਹੜੀਆਂ ਬੇਅਦਬੀਆਂ ਹੋ ਚੁੱਕੀਆਂ। ਪੁਲਿਸ ਦੱਸੇ ਨਾ ਵੀ ਕਿੰਨੀਆਂ ਕੀ ਜਾਂਚ ਕੀਤੀ ਆ, ਕੋਈ ਕਰੇ ਜਾਰੀ, ਕੁਝ ਪਤਾ ਤਾਂ ਲੱਗੇ ਨਾ ਸਾਨੂੰ ਵੀ ਕੁਝ ਹੋ ਰਿਹਾ ਆ। ਤੇ ਮੈਨੂੰ ਇਹ ਦੱਸਣ, ਇਹ ਸ਼੍ਰੋਮਣੀ ਕਮੇਟੀ ਦੱਸ ਦੇਵੇ ਵੀ ਜਿਹੜੀਆਂ ਇੰਨੀਆਂ ਬੇਅਦਬੀਆਂ ਹੋਈਆਂ ਕਿੰਨਿਆਂ 'ਚ ਇਹਨਾਂ ਨੇ ਉਹ ਘਟਨਾਵਾਂ ਦੀਆਂ ਜਿਹੜੀਆਂ ਆ ਉਹਨਾਂ ਦੀ ਪੁਸ਼ਟ ਪਨਾਹੀ ਕੀਤੀ ਆ, ਕਿੱਥੇ ਜਾ ਕੇ ਬੈਕ ਖੜਿਆ। ਜਿਹੜਾ ਹਰਜਿੰਦਰ ਸਿੰਘ ਧਾਮੀ ਜਿਹੜਾ ਇਸ ਟਾਈਮ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ, ਇਹ ਤਾਂ ਸਾਡੇ ਇਲਾਕੇ ਦੇ ਵਿੱਚ ਹੋਈਆਂ ਬੇਅਦਬੀਆਂ ਦੀਆਂ ਆਪ ਬੰਦਿਆਂ ਨੂੰ ਪੁਸ਼ਟ ਪਨਾਹੀਆਂ ਕਰਦਾ ਰਿਹਾ ਆ। ਇਹ ਬੰਦਾ ਆਪ ਜਦੋਂ ਸੌਦਾ ਸਾਧ ਨੂੰ ਮਾਫੀ ਦਿੱਤੀ ਹੈ ਉਹਦੀ ਆਪ ਸੈਲੀਬ੍ਰੇਸ਼ਨ ਕਰਦਾ ਰਿਹਾ ਆ। ਦੂਜੇ ਦਿਨ ਜਿਹੜੀ ਉਹਦੇ ਪੱਖ 'ਚ ਸਟੇਟਮੈਂਟ ਦਿੱਤੀ ਆ ਜਦੋਂ ਇਹਨੂੰ ਮਾਫੀ ਕੀਤੀ ਤਾਂ ਧਾਮੀ ਦੀ ਸੀ, ਹੋਰ ਕਿਹਨੇ ਸਟੇਟਮੈਂਟ ਦਿੱਤੀ ਆ। ਉਸ ਤੋਂ ਬਾਅਦ ਸਾਡੇ ਹੁਸ਼ਿਆਰਪੁਰ ਦੇ ਵਿੱਚ ਇੱਕ ਕਸਬਾ ਪੈਂਦਾ ਚੱਗਰਾਂ, ਉਹਦੇ ਸਾਹਮਣੇ ਇੱਕ ਪਿੰਡ 'ਚ ਬੇਅਦਬੀ ਹੁੰਦੀ ਆ। ਉਸ ਬੇਅਦਬੀ ਦੀ ਜਿਹੜੀ ਉਹ
ਔਰਤ ਦੋਸ਼ੀ ਪਾਈ ਜਾਂਦੀ ਆ। ਤੇ ਮੈਂ ਹੋਰ ਕਿਸੇ ਘਟਨਾਵਾਂ ਬੇਅਦਬੀ ਦੀ ਘਟਨਾ ਦੇ ਸੰਬੰਧ ਦੇ ਵਿੱਚ ਮੈਂ ਸਦਰ ਥਾਣੇ ਜਾਣਾ, ਉੱਥੇ ਇਹ ਸੇਵਾ ਸਿੰਘ ਸਬ SHO ਹੁੰਦਾ ਬੈਠਾ, ਤੇ ਉਹ ਮੈਨੂੰ ਕਹਿੰਦਾ ਵੀ ਨੋਵਲਜੀਤ ਸਿੰਘ ਵੀ ਤੁਸੀਂ ਕੀ ਕਾਰਵਾਈ ਕਰਾਉਣੀ ਆ, ਤੁਹਾਡੇ ਬੰਦੇ ਤਾਂ ਉਹਨਾਂ ਦੀ ਪੁਸ਼ਤ ਪਨਾਹੀ ਕਰਦੇ ਆ। ਮੈਂ ਕਿਹਾ ਕਿਹਦੀ ਕਰਦੇ ਤੁਸੀਂ ਦੱਸੋ। ਫਿਰ ਉਹਨੇ ਮੈਨੂੰ ਸਾਰੀ ਗੱਲ ਦੱਸੀ ਵੀ ਉਹ ਪਿੰਡ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀਗੀ, ਉਹਦੀ ਬੇਅਦਬੀ ਦੀ ਦੋਸ਼ੀ ਜਿਹੜੀ ਉਹ ਬੀਬੀ ਸੀਗੀ, ਹੁਣ ਉਹ ਅਮਰੀਕਾ 'ਚ ਬੈਠੀ ਆ, ਉਹਦੀ ਜਿਹੜੀ ਪੁਸ਼ਤ ਪਨਾਹੀ ਕਰਨ ਵਾਲਾ ਹਰਜਿੰਦਰ ਸਿੰਘ ਧਾਮੀ ਸੀ। ਐਦਾਂ ਹੀ ਇੱਕ ਘਟਨਾ ਹੋਰ ਸਾਡੇ ਪਿੱਛੇ ਦੇ ਪਿੰਡ 'ਚ ਵਾਪਰੀ ਆ। ਜਦੋਂ ਅਸੀਂ ਪਹੁੰਚਦੇ ਹੁੰਨੇ ਪਹਿਲਾਂ ਹੀ ਮਹਾਰਾਜ ਦੇ ਸਰੂਪ ਉੱਥੋਂ ਜਿਹੜੇ ਆ ਉਹ ਦਵਾ ਦਬ ਜਿਹੜੀਆਂ ਹੋਰ ਜਗ੍ਹਾ ਤੇ ਭੇਜ ਦਿੰਦੇ ਆ ਵੀ ਰੋਲਾ ਨਾ ਪਵੇ, ਦੱਬ ਦਿੱਤਾ ਜਾਵੇ ਮਸਲਿਆਂ ਨੂੰ। ਤੇ ਇਹ ਬੰਦੇ ਕੀ ਕਰਨਗੇ? ਇਹ ਬੰਦੇ ਜਿਹੜੇ ਆ, ਇਹ ਹੁਣ ਜਿਹੜੀ ਟੀਮ ਸਾਰੀ ਬਦਲ ਦਿੱਤੀ ਆ। ਹੁਣ ਬਾਦਲ ਨੂੰ ਪਤਾ ਵੀ ਮੈਂ ਬੀਬੀ ਜਗੀਰ ਕੌਰ ਨੇ ਇਲੈਕਸ਼ਨ ਲੜਨੀ ਆ, ਹੋਰਾਂ ਨੇ ਇਲੈਕਸ਼ਨਾਂ ਲੜਨੀਆਂ, ਤੇ ਉਹ ਇਸ ਚੱਕਰ ਦੇ ਵਿੱਚ ਉਹਨੇ ਸਾਰੀ ਟੀਮ ਬਦਲਤੀ ਆ। ਪਤਾ ਹੁਣ ਆ ਜਿਹੜੀ ਟੀਮ ਆ ਇਹਨੇ ਇਲੈਕਸ਼ਨ ਕੋਈ ਲੜਨੀ ਨਹੀਂ, ਇਹਨਾਂ ਨੂੰ ਲੜਵਾਉਣੀ ਨਹੀਂ। ਸੋ ਲੱਗਦਾ ਹੈ ਕਿ 328 ਸਰੂਪਾਂ ਦਾ ਜਿਹੜਾ ਆ ਮਸਲਾ ਜਿਹੜਾ ਅੱਜ ਲੈ ਕੇ ਆਏ ਨੇ, ਇਹ ਮਸਲਾ ਕਿਤੇ SGPC ਹੱਲ ਕਰੂਗੀ? ਕਿਉਂਕਿ ਹਰਜਿੰਦਰ ਸਿੰਘ ਧਾਮੀ ਹੁਣਾਂ ਤੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਹਰਜਿੰਦਰ ਸਿੰਘ ਧਾਮੀ ਹੁਣੀ ਪਹਿਲਾਂ ਹੀ ਜਿਹੜਾ ਸੀਗਾ ਉਹ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਰਹੇ, ਤਾਂ ਹੁਣ ਇਹ 328 ਸਰੂਪਾਂ ਦੇ ਮਾਮਲੇ ਵਿੱਚ ਹਰਜਿੰਦਰ ਸਿੰਘ ਧਾਮੀ ਕੀ ਕਰਨਗੇ? ਦੇਖੋ ਤੁਸੀਂ ਉਹ ਵਾਕਿਆ ਦੇਖਿਆ ਜਦੋਂ ਇਹ ਗਿਆਨੀ ਹਰਪ੍ਰੀਤ ਸਿੰਘ ਤੇ ਸਾਰੀ ਕਮੇਟੀ ਨੇ ਇੱਕ ਬੜੀ ਵਧੀਆ ਫਿਲਮ ਚਲਾਈ, ਸਾਰੀ ਕੌਮ ਨੇ ਦੇਖੀ। ਕਿਸੇ ਕੌਮ ਨੇ ਵਿਸ਼ਵਾਸ ਕੀਤਾ? ਕਿਸੇ ਕੌਮ ਦੇ ਬੰਦੇ ਨੇ ਕਿਸੇ ਨੇ ਨਹੀਂ ਇਹਨਾਂ ਤੇ ਵਿਸ਼ਵਾਸ ਕੀਤਾ। ਤੇ ਇਸ ਪ੍ਰੋਗਰਾਮ ਇਸ ਨੇ ਫਿਲਮ ਦੀ ਗੱਲ ਕਰ ਜਦੋਂ ਇਹਨਾਂ ਦੀ ਮਤਲਬ ਇਹਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਆ, ਜਿਹੜੀ ਐਗਜ਼ੈਕਟਿਵ ਸੀਗੀ ਉਹਨਾਂ ਦੇ ਵਿੱਚ ਦੋਸ਼ੀ ਚਾਵਲੇ ਨੂੰ ਬਾਹਰ ਕੱਢਤਾ। ਇਹ ਸਾਰੀ ਜਿਹੜੀ ਉਹ ਗੱਲ ਹੋਈ ਨਾ ਲੰਬੀ ਚੌੜੀ, ਉਹਦੇ ਵਿੱਚ ਇਹਨਾਂ ਨੇ ਕੌਮ ਨੂੰ ਇਹ ਦੱਸਿਆ ਵੀ ਇਹ ਬੰਦਿਆਂ ਨੂੰ ਹੁਣ ਅਸੀਂ ਕਲੀਨ ਚਿੱਟ ਦੇਤੀ ਹੈ, ਹੁਣ ਗਾਂ ਇੱਦਾਂ ਕੰਮ ਆਪਣਾ ਕਰਦੇ ਰਹਿਣਗੇ। ਕਿਸੇ ਨੇ ਮੰਨਿਆ? ਬਾਦਲ ਕਿਆਂ ਤੋਂ ਇਲਾਵਾ ਕਿਸੇ ਨੇ ਨਹੀਂ ਮੰਨਿਆ। ਤੇ ਅੱਜ ਦੇ ਪ੍ਰੋਗਰਾਮ ਨੇ ਮੁੜ ਕੇ ਉਹਨਾਂ ਨੂੰ ਫਿਰ ਲਿਆ ਕੇ ਕਟਹਿਰੇ 'ਚ ਖੜਾ ਕਰਤਾ। ਤੇ ਇਹ ਸੰਘਰਸ਼ ਹੁਣ ਦੇਖੋ ਮਤਲਬ ਅਸੀਂ ਕਰ ਕੀ ਸਕਦੇ ਆ? ਅਸੀਂ ਆਵਾਜ਼ ਬੁਲੰਦ ਕਰ ਸਕਦੇ ਆ, ਤੇ ਆਵਾਜ਼ ਬੁਲੰਦ ਕੀਤੀ ਜਾ ਰਹੀ ਆ 328 ਸਰੂਪਾਂ ਤੇ। ਅਸੀਂ ਅਗਾਂਹ ਵੀ ਜਿਹੜੀਆਂ ਨਾ ਹੋਰ ਗੱਲਾਂ ਵੀ ਜਿਹੜੀਆਂ ਉਹ ਲੈ ਕੇ ਆਵਾਂਗੇ। ਤੇ 328 ਸਰੂਪ ਤਾਂ ਉਹ ਆ ਜਿਹੜੇ ਲਿਖਤੀ 'ਚ ਆ ਗਏ, ਹੋਰ ਤਾਂ ਬਹੁਤ ਕੁਝ ਹੋ ਰਿਹਾ ਜਿਹੜਾ ਇੱਥੇ ਜਿਹੜਾ ਬਿਲਕੁਲ ਗਲਤ ਆ, ਸਿੱਖ ਸਿਧਾਂਤਾਂ ਤੋਂ ਜਿਹੜਾ ਬਿਲਕੁਲ ਉਲਟਾ ਸਾਰੀਆਂ ਗੱਲਾਂ। ਸਿੰਘ ਸਾਹਿਬ ਹੋਰ ਵੀ ਜਿਹੜੇ ਨੇ ਉਹ ਜਥੇਬੰਦੀਆਂ ਤੋਂ ਮੌਜੂਦ ਨੇ। ਅੱਜ 328 ਸਰੂਪ ਦਾ ਜਿਹੜਾ ਮਸਲਾ ਲੈ ਕੇ ਤੁਸੀਂ ਇੱਥੇ ਮਾਰਚ ਕੱਢਿਆ, ਤਾਂ ਬੀਤੇ ਦਿਨ ਹੀ ਘਟਨਾ ਬਹੁਤ ਵੱਡੀ ਵਾਪਰੀ ਹੈ। ਸਿੱਖਾਂ ਦਾ ਜਿਹੜਾ ਸੀਗਾ ਮੁਕੱਦਸ ਅਸਥਾਨ, ਸਭ ਤੋਂ ਪਵਿੱਤਰ ਜਗ੍ਹਾ ਆ ਜਿਹੜੀ ਉਹ ਇਹੀ ਮੰਨੀ ਜਾਂਦੀ ਹੈ, ਔਰ ਸਭ ਤੋਂ ਪਵਿੱਤਰ ਜਗ੍ਹਾ ਦੇ ਉੱਪਰ ਜਿੱਥੇ ਸ਼੍ਰੀ ਗ੍ਰੰਥ ਸਾਹਿਬ ਸਰੂਪ ਆ ਉਹਦੇ ਬਿਲਕੁਲ ਨਜ਼ਦੀਕ ਉਹ ਦੋਖੀ ਪਹੁੰਚ ਜਾਂਦਾ ਹੈ। ਕਿੱਦਾਂ ਕਾਰਨ ਕੀ ਰਹੇ ਕਿ ਬੇਅਦਬੀਆਂ ਦੇ ਮਸਲੇ ਜਿਹੜੇ ਸੀਗੇ ਉਹ ਸੁਲਝਾਏ ਨਹੀਂ ਗਏ? ਉਹਦੇ ਕਾਰਨ ਲੋਕਾਂ ਦਾ ਹੌਸਲਾ ਇੰਨਾ ਵੱਧ ਗਿਆ, ਜਾਂ ਕੀ ਪਿੱਛੇ ਏਜੰਸੀਆਂ ਨੇ, ਜਾਂ ਕੀ ਲੱਗਦਾ ਤੁਹਾਨੂੰ? ਵੇਖੋ ਜੀ, ਏਜੰਸੀਆਂ ਤੇ ਹੈ ਹੀ ਨੇ, ਇਹਦੇ ਕੋਈ ਸ਼ੱਕ ਨਹੀਂਗਾ। ਤੇ ਸੈਕੰਡਲੀ ਤੁਸੀਂ ਗੱਲ ਕੀਤੀ ਹੌਸਲੇ ਬੁਲੰਦ ਕਿਵੇਂ ਹੋਏ, ਇਹ ਥੋੜਾ ਪਿਛੋਕੜ ਵੇਖਣਾ ਪਏਗਾ। ਜਦੋਂ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਬੇਅਦਬੀ ਹੁੰਦੀ ਏ, ਆਪਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਏਜੰਸੀਆਂ ਕਿਵੇਂ ਕੰਮ ਕਰਦੀਆਂ। ਉਹਦੀਆਂ ਸਾਰੀਆਂ ਤਾਰਾਂ ਸਰਸੇ ਵਾਲੇ ਦੇ ਨਾਲ ਜੁੜਦੀਆਂ ਸਨ, ਸਰਸੇ ਵਾਲੇ ਦੇ ਨਾਲ ਉਹਦੀਆਂ ਤਾਰਾਂ ਜੁੜਦੀਆਂ ਸਨ। ਸੈਕੰਡਲੀ ਉਦੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਇਹ ਗੱਲ ਕਹਿ ਰਹੀ ਏ ਵੀ ਇਹ ਕਾਨੂੰਨ ਹੱਥ 'ਚ ਨਹੀਂ ਲੈਣਾ। ਅੱਜ ਕਾਨੂੰਨ ਹੱਥ 'ਚ ਲੈ ਲਿਆ, ਉਦੋਂ ਉਹਨਾਂ ਕਾਨੂੰਨ ਤੇ ਭਰੋਸਾ ਸੀ ਸ਼੍ਰੋਮਣੀ ਕਮੇਟੀ ਨੂੰ, ਕੀ ਅੱਜ ਇਹਨਾਂ ਦਾ ਭਰੋਸਾ ਉੱਠ ਗਿਆ? ਅਖੀਰ ਹਰੇਕ ਚੀਜ਼ ਦੀ ਭੈਣ ਜੀ ਅਖੀਰ ਹੁੰਦੀ ਏ। ਵੀ ਬੜਾ ਚਿਰ ਹੋ ਗਿਆ ਪੰਜਾਬ ਦੀ ਧਰਤੀ ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਬੇਅਦਬੀਆਂ ਦੇ ਦੌਰ ਚੱਲੇ, ਕੋਈ ਪਿੰਡ ਮੈਨੂੰ ਨਹੀਂ ਲੱਗਦਾ ਬਚਿਆ ਹੋਏਗਾ ਬੇਅਦਬੀ ਤੋਂ। ਤੇ ਇਹ ਜਿਹੜੀ ਪਿਛਲੀ ਪਿਰਤ ਜਿਹੜੀ ਇਹ ਬਾਬਾ ਨਰੈਣ ਸਿੰਘ ਨੇ ਪਾਈ ਹੈ ਦਿੱਲੀ ਸੰਘਰਸ਼ ਦੇ ਵਿੱਚ, ਜਿਹੜਾ ਉਹਨਾਂ ਨੇ ਉਸ ਵੇਲੇ ਦੇ ਦੋਸ਼ੀ ਨੂੰ ਟਾਂਗਤਾ ਕਾਂ ਵਾਂਗੂ, ਤੇ ਕਾਂਵਾਂ ਰੋਲੀ ਬੜੀ ਪਈ। ਪਰ ਇਹ ਆ ਵੀ ਅਸਲ ਦੇ ਅੰਦਰ ਇਹੋ ਹੀ ਗੱਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ 80 ਦੇ ਦਹਾਕੇ 'ਚ ਗੱਲ ਕਰਦੇ ਸੀ, ਕਹਿੰਦੇ ਵੀ ਜਿਹੜਾ ਵੀ ਬੰਦਾ ਬੇਅਦਬੀ ਕਰਦਾ ਉਹਨੂੰ ਮੌਕੇ ਤੇ ਸੋਧ ਦਿਓ। ਪਰ ਉਸ ਵੇਲੇ ਸਾਡੀਆਂ ਕਮੇਟੀਆਂ ਨੇ ਕੋਈ ਇਹੋ ਜਿਹੇ ਫੈਸਲੇ ਠੋਸ ਨਹੀਂ ਲਏ। ਹੁਣ ਤਾਂ ਬਿਆਨ ਜਿਹੜਾ ਆ ਉਹ ਜਥੇਦਾਰ ਸਾਹਿਬ ਹੁਣਾਂ ਦਾ ਆਉਂਦਾ ਹੈ ਕਿ ਜੇ ਇਹੋ ਜੀ ਕਾਰਵਾਈ ਕੋਈ ਹੁੰਦੀ ਆ ਤਾਂ ਸਰਕਾਰਾਂ ਉਹਦੀਆਂ ਜ਼ਿੰਮੇਵਾਰ ਹੋਣਗੀਆਂ, ਕਿ ਜੇ ਕਿਤੇ ਸੋਧਾ ਲੱਗ ਜਾਂਦਾ ਆ ਤਾਂ। ਹੁਣ ਤਾਂ ਬਿਆਨ ਇਹ ਆ ਰਿਹਾ ਜਥੇਦਾਰ ਸਾਹਿਬ। ਚਲੋ ਵਧੀਆ ਜੀ, ਇਹੋ ਜਿਹਾ ਬਿਆਨ ਆਇਆ। ਜੇ ਕਿਸੇ ਨੇ ਕੰਮ ਕੀਤਾ, ਭਾਵੇਂ ਸ਼੍ਰੋਮਣੀ ਕਮੇਟੀ ਨੇ ਕੀਤਾ, ਅਸੀਂ ਉਹ ਸ਼ਲਾਘਾ ਕਰਦੇ ਵੀ ਉਹਨਾਂ ਚੰਗੇ ਕੰਮ ਨੂੰ ਚੰਗਾ ਕਹਾਂਗੇ, ਭਾਵੇਂ ਉਹ ਦੁਸ਼ਮਣ ਜਮਾਤ ਹੋਵੇ। ਪਰ ਕਿਸੇ ਵੇਲੇ ਸਿੰਘ ਸਾਹਿਬ ਭਾਈ ਰਘਬੀਰ ਸਿੰਘ ਦਾ ਇਹ ਵੀ ਬਿਆਨ ਆਇਆ ਵੀ ਅਸੀਂ ਉਹਨੂੰ ਮਾਰ ਕੇ ਅਸੀਂ ਜੇਲ੍ਹ 'ਚ ਚਲ ਜਾਈਏ, ਸਾਡੇ ਬੱਚੇ ਕੌਣ ਸਾਂਭੇਗਾ? ਇਹੋ ਜਿਹੇ ਬੁੱਝਦਿਲ ਜਹੇਦਾਰ ਵੀ ਸਾਨੂੰ ਨਹੀਂ ਚਾਹੀਦੇ, ਸਾਨੂੰ ਚੜ੍ਹਦੀ ਕਲਾ ਵਾਲੇ ਚਾਹੀਦੇ ਨੇ। ਵੀ ਜਿਹੜਾ ਵੇਖੋ, ਜਿਹੜਾ ਹੁਣ ਬੀਬੀ ਜਗੀਰ ਕੌਰ ਤੇ ਵੀ ਕਹਿ ਰਹੀ, ਕਹਿੰਦੀ ਬੇਅਦਬੀ ਹੋਈ ਨਹੀਂ, ਬੇਅਦਬੀ ਤੋਂ ਪਹਿਲਾਂ ਦੋਸ਼ੀ ਨੂੰ ਫੜ ਲਿਆ। ਨਹੀਂ, ਜਿਹੜਾ ਬੰਦਾ ਚੜ੍ਹ ਕੇ ਤੁਹਾਡੇ ਉੱਤੇ ਆ ਜਾਂਦਾ, ਇੰਨੇ ਕੈਮਰੇ ਵੀਦੀ ਲੰਘ ਕੇ ਆ ਜਾਂਦਾ ਹੈ,
ਜਿਹੜਾ ਤੁਹਾਡਾ ਜੰਗਲਾ ਟੱਪ ਜਾਂਦਾ ਹੈ, ਜਿਹੜੇ ਤੁਹਾਡੇ ਰਮਾਲਿਆਂ ਦੇ ਪੈਰ ਰੱਖ ਦਿੰਦਾ ਹੈ। ਮੈਂ ਬੀਬੀ ਜਗੀਰ ਕੌਰ ਨੂੰ ਪੁੱਛਣਾ ਚਾਹੁੰਦਾ ਵੀ ਜਿਹੜਾ ਅੰਗ ਅੰਗ ਖਿਲਾਰਦੇ ਗੁਰੂ ਮਹਾਰਾਜ ਦੇ, ਤੁਸੀਂ ਉਹਨੂੰ ਬੇਅਦਬੀ ਮੰਨਦੇ ਹੋ? ਤੇ ਉਦੋਂ ਦੀ ਪਰਿਭਾਸ਼ਾ ਕੀ ਹੈ? ਪਰਿਭਾਸ਼ਾ ਬੀਬੀ ਜਗੀਰ ਕੌਰ ਦੇ ਮੁਤਾਬਕ ਤੇ ਫਿਰ ਇਹੋ ਹੀ ਹੋਈ ਨਾ। ਤੇ ਬਰਗਾੜੀ ਹੋਇਆ ਸੀ, ਉੱਥੇ ਇਹਨਾਂ ਨੇ ਕੀ ਕਰ ਲਿਆ? ਉਲਟਾ ਸਾਡੇ ਸਿੰਘਾਂ ਤੇ ਬਾਣੀ ਪੜ੍ਹਦਿਆਂ ਤੇ ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ, ਗੋਲੀਆਂ ਮਾਰੀਆਂ ਗਈਆਂ। ਮੈਂ ਤੇ ਹੈਰਾਨ ਆ, ਗੋਲੀਆਂ ਮਾਰਨ ਵਾਲੇ ਅਣਪਛਾਤੇ ਹੋ ਗਏ, ਭੀੜ ਅਣਪਛਾਤੀ ਸੁਣੀ ਸੀ। ਇੱਥੇ ਹੁਣ ਭੀੜ ਵੇਖਿਆ, ਜੇ ਭੀੜ ਦੀ ਪਛਾਣ ਹੋ ਜਾਣੀ ਹੈ, ਭੀੜ ਦੀ ਪਛਾਣ ਹੋ ਜਾਣੀ, ਫਲਾਣੇ ਬੰਦੇ ਨੇ ਕੀਤੀ, ਦੋਸ਼ੀ ਨੂੰ ਸੋਧਿਆ, ਨਹੀਂ ਤੇ ਭੀੜ ਅਣਪਛਾਤੀ ਸੀ। ਇੱਥੇ ਪੁਲਿਸ, ਜਿਵੇਂ ਵੇਖੋ ਜੀ ਭਾਈ ਸਾਹਿਬ ਨੇ ਗੱਲ ਕੀਤੀ ਸੀ ਨਾ, ਸਿੰਘ ਸਾਹਿਬ ਦੀ ਤੁਸੀਂ ਗੱਲ ਕੀਤੀ, ਸਿੰਘ ਸਾਹਿਬ ਦੀ ਸਟੇਟਮੈਂਟ ਸੀ, ਕਹਿੰਦਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਮਾਂ ਪੁੱਤ ਨੇ, ਤੇ ਮਾਂ ਹਮੇਸ਼ਾ ਪੁੱਤ ਨੂੰ ਬਚਾਉਂਦੀ, ਪੁੱਤ ਹਮੇਸ਼ਾ ਮਾਂ ਨੂੰ ਬਚਾਉਂਦਾ। ਇਹ ਕਮੀਆਂ ਇੱਕ ਦੂਜੇ ਦੀਆਂ ਛਪਾਉਂਦੇ ਆਏ ਨੇ, ਤੇ ਰਾਜਨੀਤੀ ਗੁਰਦੁਆਰਿਆਂ 'ਚ ਐਂਟਰ ਕਰ ਗਈ। ਇਸ ਗੱਲ ਦੀ ਦੁਸ਼ਮਣ ਜਮਾਤ ਨੂੰ ਖਬਰ ਏ ਵੀ ਇਹ ਆਪਸ ਦੇ ਵਿੱਚ ਪਾਟੇ ਹੋਏ ਨੇ, ਰਾਜਨੀਤੀ ਕਰਕੇ ਸਾਡੇ ਬੰਦੇ ਬਚ ਜਾਣੇ ਨੇ। ਤੇ ਜਿਹੜਾ ਦੋਸ਼ੀ ਆਉਂਦਾ ਹੈ, ਦੁਸ਼ਟ ਆਉਂਦਾ ਹੈ, ਉਹਨੂੰ ਪਤਾ ਸੀ ਪਿਛਲੇ ਕੇਸਗੜ੍ਹ ਦੇ ਵਿੱਚ ਹੋਇਆ ਕੀ, ਵੀ ਸਾਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦੇਣਾ ਤੇ ਪੁਲਿਸ ਨੇ ਕੁਝ ਦਿਨਾਂ ਬਾਅਦ ਛੱਡ ਦੇਣਾ। ਇਹ ਦਿਲਵਦੀ ਹੋਈ ਸੀ। ਸੋ ਹੁਣ ਸਾਡੇ ਪੰਥਕ ਗੁਰਮਤੇ ਹੋਣੇ ਨੇ, ਕੋਈ ਜਿਵੇਂ ਵੀ ਹੋਇਆ ਤੁਹਾਨੂੰ ਦੱਸ ਦੇ ਰਾਂਗੇ ਜੀ। ਇੱਥੇ ਜਿਹੜਾ ਸੀਗਾ 328 ਸਰੂਪਾਂ ਦੇ ਮਸਲੇ ਨੂੰ ਲੈ ਕੇ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ। ਬੀਤੀ ਰਾਤ ਬੀਤੀ ਸ਼ਾਮ ਜਿਹੜਾ ਆ ਬਹੁਤ ਵੱਡੀ ਘਟਨਾ ਜਿਹੜੀ ਦਰਬਾਰ ਸਾਹਿਬ ਵਿੱਚ ਵਾਪਰੀ, ਔਰ 328 ਸਰੂਪਾਂ ਦਾ ਮਾਮਲਾ ਜਿਹੜਾ ਆ, ਕਿਉਂਕਿ ਬੇਅਦਬੀ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈਗਾ ਆ। ਸਰੂਪ ਜਿਹੜੇ ਨੇ ਗਾਇਬ ਹੈਗੇ ਨੇ, ਔਰ ਅਜੇ ਤੱਕ ਉਹਨਾਂ ਦਾ ਕੁਝ ਵੀ ਅਤਾ ਪਤਾ ਨਹੀਂ ਲੱਗ ਰਿਹਾ। ਉਸ ਨੂੰ ਲੈ ਕੇ ਵੀ ਸੰਜੀਦਾ ਹੈਗੀਆਂ ਨੇ ਜਥੇਬੰਦੀਆਂ। ਤਾਂ ਅੱਜ ਕਿਤੇ ਨਾ ਕਿਤੇ ਉਸ ਮਸਲੇ ਨੂੰ ਸੁਲਝਾਉਣ ਦੇ ਲਈ, ਉਸ ਮਸਲੇ ਨੂੰ ਉਜਾਗਰ ਕਰਨ ਦੇ ਲਈ ਜਥੇਬੰਦੀਆਂ ਪਹੁੰਚੀਆਂ ਹੋਈਆਂ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਜਿੱਥੇ ਕਿ ਬੈਠੀਆਂ ਹੋਈਆਂ ਨੇ। ਰੋਸ ਮਾਰਚ ਜਿਹੜਾ ਉਹ ਕੱਢਿਆ ਗਿਆ।